धन सच्चे पातशाह तेरे दर तो मुड़े ना कोई खाली जी धन धन सच्चे पातशाह। आप जी दी वड्डी वडियाई गुरु जी ताइयां झुके आन के लुकाई गुरु जी। आप जी दी वड्डी वडियाई गुरु जी ताइयां झुके आन के लुकाई गुरु जी। दाता मंगदे ने आन के सवाली जी धन धन सच्चे पातशाह तेरे दर तो मुड़े ना कोई खाली जी धन धन सच्चे पातशाह तेरे दर तो मुड़े ना कोई खाली जी धन धन सच्चे पातशाह। जीने जीने तेरा शब्द कमा लिया उन्हें वड्डा रुतबा जहानों पा लिया। जीने जीने तेरा शब्द कमा लिया उन्हें वड्डा रुतबा जहानों पा लिया। ओदे चेहरे ते अगमी दिसे लाली जी धन धन सच्चे पातशाह तेरे दर तो मुड़े ना कोई खाली जी धन धन सच्चे पातशाह तेरे दर तो मुड़े ना कोई खाली जी धन धन सच्चे पातशाह। प्यार नाल जो भी आवे तेरे दर जी सुखा नाल झोली उदी जांदी भर जी। प्यार नाल जो भी आवे तेरे दर जी सुखा नाल झोली उदी जांदी भर जी। तेरे नाम ना प्रीत जिन्ना पाली जी धन धन सच्चे पातशाह तेरे दर तो मुड़े ना कोई खाली जी धन धन सच्चे पातशाह तेरे दर तो मुड़े ना कोई खाली जी धन धन सच्चे पातशाह। शरदा दे नाल आए तेरी शरणी हाजरी भमती दी लगा लो चरनी। शरदा दे नाल आए तेरी शरणी हाजरी भमती दी लगा लो चरनी। अंग संग होके करो रखवाली जी धन धन सच्चे पातशाह तेरे दर तो मुड़े ना कोई खाली जी धन धन सच्चे पातशाह तेरे दर तो मुड़े ना कोई खाली जी धन धन सच्चे पातशाह तेरे दर तो मुड़े ना कोई खाली जी धन धन सच्चे पातशाह। हो सतगुरु श्री गुरु ग्रंथ ਸਾਹਿਬ ਮਹਾਰਾਜ जी के पावन पवित्र चरणों में विशेष सिमरन समागम दीयां हाज़रियां भर लई जुड़ बैठे गुरु प्यारिओ समा मिलिया कुछ मिनटां लई आप जी के दर्शन दीदार करते हुए गुरमत के विचारों की सांझ आरंभ करके अज के इस महान समागम के प्रथाए चंद शब्द इतिहास के पन्नियां तो आप जी के रूबरू पेश करने आरंभ किए जान। बड़ा गिणवा मिणवा समा है तो बगैर कोई भूमिका बने तो आप जी को फतेह अर्ज करके आप जी को कुछ कहने की आग्ञा चाहते हाँ। फतेह प्रवान करो तो दासां नूं कुछ कहने की असीस बख्शिश करो। सत्कार नाल आखो जी वाहिगुरू जी का खालसा वाहिगुरू जी की फतेह। सतगुरु
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਹਿਮਤ ਕੀਤੀ ਕਿ ਮੈਂ ਉਸ ਸਥਾਨ ਤੇ ਹਾਜ਼ਰੀ ਭਰਨ ਵਾਸਤੇ ਆਪਣੇ ਸਾਥੀਆਂ ਸਮੇਤ ਆਇਆ ਜਿਸ ਸਥਾਨ ਉਤੋਂ ਗੁਰਮਤਿ ਦੇ ਸ਼ਬਦ ਦੀ ਗੱਲ ਅਤੇ ਗੁਰਮਤਿ ਸੰਗੀਤ ਦੀ ਗੱਲ ਉਸ ਪੱਧਰ ਤੇ ਦੁਨੀਆ ਤੱਕ ਪਹੁੰਚਾਈ ਗਈ, ਸਿੱਖ ਸੰਗਤਾਂ ਤੱਕ ਪਹੁੰਚਾਈ ਗਈ ਜਿਸ ਗੱਲ ਨੂੰ ਕੋਈ ਹੋਰ ਸੰਸਥਾ ਪਹੁੰਚਾ ਨਹੀਂ ਸਕੀ। ਜਵੱਦੀ ਟਕਸਾਲ ਗੁਰਮਤਿ ਦੇ ਸੰਗੀਤ ਖੇਤਰ ਵਿੱਚ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਵਾਲਿਆਂ ਨੇ ਜੋ ਕਾਰਜ ਆਰੰਭ ਕੀਤਾ ਉਹ ਕਿਸੇ ਵਿਆਖਿਆ ਦਾ ਮੁਹਤਾਜ ਨਹੀਂ। ਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸੰਤ ਗਿਆਨੀ ਅਮੀਰ ਸਿੰਘ ਜੀ ਜੋ ਵਰਤਮਾਨ ਮੁਖੀ ਨੇ ਜਵੱਦੀ ਟਕਸਾਲ ਦੇ, ਉਹਨਾਂ ਨੇ ਜਿਸ ਵਿਖੜੇ ਸਮੇਂ ਵਿੱਚ ਆਪ ਸਾਰੀਆਂ ਸੰਗਤਾਂ ਹਰ ਸਾਲ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਹੋ, ਵਿਖੜੇ ਸਮੇਂ ਵਿੱਚ ਜਾਪਦਾ ਸੀ ਕਿ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਵਾਲਿਆਂ ਤੋਂ ਬਾਅਦ ਕੀ ਇਹ ਸੰਸਥਾ ਉਸੇ ਮਕਾਮ ਉੱਤੇ ਸਥਿਰ ਰਹੇਗੀ ਜਾਂ ਡੋਲ ਜਾਏਗੀ। ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਸਦਕਾ, ਆਪ ਸੰਗਤਾਂ ਦੀ ਅਸੀਸ ਸਦਕਾ ਸੰਤ ਗਿਆਨੀ ਅਮੀਰ ਸਿੰਘ ਹੋਰਾਂ ਨੇ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਦੀ ਸੋਚ ਨੂੰ ਬਹੁਤ ਵਿਸ਼ਾਲ ਕਰਕੇ ਦੁਨੀਆ ਤੱਕ ਪਹੁੰਚਾਇਆ। ਮੈਂ ਜ਼ਾਤੀ ਤਾਰੀਫ ਵੱਲ ਨਾ ਜਾਵਾਂ ਕਿਉਂਕਿ ਵਿਸ਼ੇਸ਼ ਸਿਮਰਨ ਸਮਾਗਮ ਹੈ। ਸਿਮਰਨ ਦੀ ਗੱਲ ਸ਼ੁਰੂ ਕਰਨ ਲੱਗਾ। ਵੈਸੇ ਇਹਨਾਂ ਸਟੇਜਾਂ ਉੱਤੇ ਆ ਕੇ ਮੈਂ ਅੱਗੇ ਵੀ ਇਹ ਬਚਨ ਆਪ ਜੀ ਨਾਲ ਕੀਤਾ ਕਿ ਮੈਂ ਕੁਝ ਕਹਿਣ ਨਹੀਂ ਆਉਂਦਾ, ਮੈਂ ਤੇ ਇੱਥੋਂ ਕੁਝ ਸਿੱਖਣ ਵਾਸਤੇ ਆਉਂਦਾ। ਇਸ ਸੰਸਥਾ ਦੇ ਨਾਲ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਸਾਹਿਬ ਦੀ ਉਪਾਧੀ ਪ੍ਰਾਪਤ ਹੋਈ ਹੈ, ਮੇਰੇ ਛੋਟੇ ਵੀਰ ਗਿਆਨੀ ਪਿੰਦਰਪਾਲ ਸਿੰਘ ਬਹੁਤ ਨੇੜੇ ਤੋਂ ਜੁੜੇ ਹੋਏ ਨੇ। ਉਹ ਬਹੁਤ ਵਾਰ ਇੱਥੇ ਆ ਕੇ ਗੁਰੂ ਕੇ ਸ਼ਬਦ ਦੀ ਕਥਾ ਕਰਕੇ ਗਏ ਨੇ। ਉਹ ਕਿਹੜਾ ਵਿਦਵਾਨ ਹੈ ਜਿਹੜਾ ਇੱਥੇ ਹਾਜ਼ਰੀ ਨਹੀਂ ਭਰ ਕੇ ਗਿਆ। ਤੇ ਜੇ ਮੈਂ ਗੁਰੂ ਕੇ ਸ਼ਬਦ ਦੀ ਵਿਆਖਿਆ ਇੱਕ ਢਾਡੀ ਦੇ ਤੌਰ ਤੇ ਕਰਨੀ ਚਾਹਾਂ, ਇਹ ਅਸੰਭਵ ਹੈ, ਇੰਪੋਸੀਬਲ ਹੈ। ਲੇਕਿਨ ਗੁਰੂ ਸਾਹਿਬ ਦੀ ਅਸੀਸ ਸਦਕਾ ਗੱਲ ਆਰੰਭ ਕਰਨ ਜਾ ਰਹੇ ਹਾਂ ਤੇ ਅੱਜ ਦੇ ਸਮਾਗਮ ਤੇ ਕੇਂਦਰਿਤ ਕਰਨ ਜਾ ਰਹੇ ਹਾਂ ਵਿਸ਼ੇਸ਼ ਸਿਮਰਨ ਸਮਾਗਮ। ਸਿਮਰਨ ਜਿਹਨੂੰ ਦੂਜੇ ਸ਼ਬਦਾਂ ਵਿੱਚ ਕਹਿੰਦੇ ਆ ਭਗਤੀ। ਹੁਣ ਭਗਤੀ ਕੀ ਹੈ, ਭਗਤੀ ਕਰਨ ਨਾਲ ਕੀ ਮਿਲਦਾ ਹੈ? ਇੱਕ ਤੇ ਹੈ ਇਹਦੀ ਪਰੰਪਰਾਗਤ ਵਿਆਖਿਆ। ਜਦੋਂ ਡੰਗਾਈ ਨਾਲ ਵੇਖੋ ਕਿ 3 ਸ਼ਬਦ ਨੇ ਭਗਤੀ ਨੂੰ ਲੱਗਦੇ, ਭੱਬਾ, ਗੱਗਾ, ਤੱਤਾ। ਆਪਾਂ ਤੱਤੇ ਨੂੰ ਬਿਹਾਰੀ ਪਾਉਂਦੇ ਹਾਂ, ਕਿਤੇ ਸਹਾਰੀ ਕਰਕੇ ਇਸ ਨੂੰ ਵੱਖਰੇ ਤਰੀਕੇ ਨਾਲ ਬੋਲਿਆ ਜਾਂਦਾ ਹੈ। ਹੁਣ ਇਹ 3 ਅੱਖਰ ਨੇ, ਲੇਕਿਨ 3 ਅੱਖਰਾਂ ਵਿੱਚ ਇੰਨਾ ਵੱਡਾ ਗਿਆਨ ਸਤਿਗੁਰੂ ਮਹਾਰਾਜ ਨੇ ਭਰ ਦਿੱਤਾ ਹੈ। ਭੱਬਾ ਭਜਨ ਕਰਨਾ, ਉਸ ਵਾਹਿਗੁਰੂ ਦਾ ਨਾਮ ਜਪਣਾ। ਜਿਵੇਂ ਤੁਸੀਂ ਹਰ ਰੋਜ਼ ਪਿਛਲੇ ਲਗਾਤਾਰ 1 ਮਹੀਨੇ ਤੋਂ ਪੂਰਾ ਮਾਘ ਮਹੀਨਾ ਤੁਸੀਂ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ। ਤੇ ਗੁਰੂ ਦਾ ਨਾਮ ਸਿਮਰਨ ਨਾਲ ਮਿਲੇਗਾ ਕੀ? ਅਗਲਾ ਸ਼ਬਦ ਹੈ ਗੱਗਾ। ਗੱਗੇ ਤੋਂ ਜਿਹੜਾ ਮਤਲਬ ਨਿਕਲਦਾ ਉਹ ਹੈ ਗਿਆਨ। ਹੁਣ ਗਿਆਨ ਕਾਹਦਾ ਪ੍ਰਾਪਤ ਹੋਏਗਾ? ਗਿਆਨ ਦੀ ਵਿਆਖਿਆ ਜਿਹੜੀ ਇਹਨੂੰ 2 ਤਰੀਕਿਆਂ ਨਾਲ ਕਰਿਆ ਜਾਏਗਾ। ਗਿਆਨ 2 ਤਰੀਕਿਆਂ ਵਿੱਚ ਵੰਡਿਆ ਜਾਏਗਾ। ਤੁਸੀਂ ਆਖੋਗੇ ਗਿਆਨੀ ਜੀ ਗਿਆਨ 2 ਤਰੀਕਿਆਂ ਵਿੱਚ ਕਿਵੇਂ ਵੰਡਿਆ ਜਾਏਗਾ? ਜੇ ਅੰਗਰੇਜ਼ੀ ਵਿੱਚ ਵੇਖਣਾ ਹੋਵੇ, ਇੱਕ ਗਿਆਨ ਹੈ ਇਨਫੋਰਮੇਸ਼ਨ, ਇੱਕ ਗਿਆਨ ਹੈ ਨੌਲੇਜ। ਪੜ੍ਹੇ ਲਿਖੇ ਸੱਜਣ ਮੇਰੀਆਂ ਧੀਆਂ ਬੈਠੀਆਂ ਨੇ, ਛੋਟੀਆਂ ਵੱਡੀਆਂ ਭੈਣਾਂ ਬੈਠੀਆਂ ਨੇ, ਮੇਰੇ ਵੱਡੇ ਛੋਟੇ ਵੀਰ ਬੈਠੇ। ਇੱਕ ਗਿਆਨ ਹੁੰਦੀ ਹੈ ਜਾਣਕਾਰੀ ਤੇ ਇੱਕ ਗਿਆਨ ਹੁੰਦਾ ਹੈ ਕਿਸੇ ਗੱਲ ਨੂੰ ਸਮਝ ਲੈਣਾ। ਇਹ ਦੋਨੋਂ ਚੀਜ਼ਾਂ ਗਿਆਨ ਨਾਲ ਜੁੜ ਕੇ ਵੇਖੀਆਂ ਜਾਂਦੀਆਂ ਨੇ। ਇਨਫੋਰਮੇਸ਼ਨ ਹੋਣਾ ਹੋਰ ਗੱਲ ਹੈ, ਲੇਕਿਨ ਨੌਲੇਜ ਹੋਣਾ ਅਸਲ ਵਿੱਚ ਗੱਲ ਹੈ ਨੌਲੇਜ ਹੋਣਾ। ਜਿਹਨੂੰ ਛੋਟੇ ਜਿਹੇ ਪ੍ਰਮਾਣ ਨਾਲ ਸਮਝਣਾ ਹੁੰਦਾ ਤੇ ਗੱਲ ਸੌਖੀ ਸਮਝ ਵਿੱਚ ਆ ਜਾਂਦੀ। ਗਿਆਨ ਦੇ ਵਿੱਚੋਂ ਕੀ ਪ੍ਰਾਪਤ ਕਰਨਾ ਹੈ? ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਸਮਾਜਿਕ ਤੌਰ ਤੇ ਸਮਝ ਆ ਜਾਂਦੀਆਂ ਨੇ। ਜਿਵੇਂ ਤੁਸੀਂ ਟ੍ਰੈਫਿਕ ਦੇ ਕਾਨੂੰਨ ਪੜ੍ਹਦੇ ਹੋ, ਉੱਤੇ ਲਿਖਿਆ ਹੁੰਦਾ ਹੈ ਕਿ ਜਿੱਥੇ ਰੈੱਡ ਬੱਤੀ ਹੈ ਉੱਥੇ ਰੁਕਣਾ ਹੈ, ਇਹ ਜਾਣਕਾਰੀ ਹੈ। ਜਿੱਥੇ ਲਾਲ ਬੱਤੀ ਹੈ ਰੁਕ ਜਾਓ, ਇਹ ਜਾਣਕਾਰੀ ਹੈ, ਇਨਫੋਰਮੇਸ਼ਨ ਹੈ। ਤੇ ਕੀ ਤੁਸੀਂ ਤੁਰਦੇ ਤੁਰਦੇ ਜਦੋਂ ਤੁਸੀਂ ਟ੍ਰੈਫਿਕ ਦੇ ਵਿੱਚ ਸ਼ਾਮਲ ਹੋਏ, ਜਿੱਥੇ ਲਾਲ ਬੱਤੀ ਆਏ ਰੁਕੇ? ਰੁਕਣਾ ਗਿਆਨ ਦਾ ਪ੍ਰਤੀਕ ਹੈ। ਰੱਬ ਦੀਆਂ ਗੱਲਾਂ ਦੀ ਜਾਣਕਾਰੀ ਪ੍ਰਾਪਤ ਕਰ ਲੈਣੀ, ਰੱਬ ਦੀਆਂ ਗੱਲਾਂ ਬਾਰੇ ਵਾਕਫੀਅਤ ਹਾਸਲ ਕਰ ਲੈਣੀ। ਰੱਬ ਕਿਵੇਂ ਪ੍ਰਾਪਤ ਹੁੰਦਾ ਹੈ, ਰੱਬ ਦੀ ਪ੍ਰਾਪਤੀ ਦੇ ਕਿਹੜੇ ਮਾਰਗ ਨੇ, ਰੱਬ ਦੀ ਪ੍ਰਾਪਤੀ ਦੇ ਮਾਰਗ ਤੇ ਕਿਵੇਂ ਤੁਰਨਾ ਹੈ। ਲੇਕਿਨ ਰੱਬ ਦੀ ਪ੍ਰਾਪਤੀ ਦੇ ਉਸ ਮਕਾਮ ਤੱਕ ਪਹੁੰਚਣਾ ਗਿਆਨ। ਆਪਾਂ ਭਗਤੀ ਦੀ ਵਿਆਖਿਆ ਕਰ ਰਹੇ ਹਾਂ ਕਿਉਂਕਿ ਵਿਸ਼ੇਸ਼ ਸਿਮਰਨ ਸਮਾਗਮ ਹੈ। ਹੁਣ ਸੰਤ ਗਿਆਨੀ ਅਮੀਰ ਸਿੰਘ ਹੋਰੀ ਆਪ ਜੀ ਨਾਲ ਮੈਥੋਂ ਪਹਿਲਾਂ ਬਚਨ ਕਰ ਰਹੇ ਸਨ, ਉਹਨਾਂ ਤੋਂ ਬਾਅਦ ਮੇਰੇ ਵਰਗਾ ਨਾਚੀਜ਼ ਬੰਦਾ ਕੀ ਆਖੇਗਾ?
क्योंकि उन्होंने को जो ज्ञान है शब्द का, मैं तो उन्होंने चरणों की धूड़ हाँ, लेकिन बने हुए प्रोग्राम मुताबक गल नूं अगे तो तोड़ना है ना। ज्ञान, ये ज्ञान किवें प्राप्त करना है? ज्ञान समाजिक जीवन में ये गुरबाणी का सिमरन जिहड़ा ये तुहानूं कैसा ज्ञान प्रदान करेगा? मैं छोटे छोटे दो प्रमाण कर लगा, क्योंकि सिमरन नाल साडे घरां विच एक तब्दीली आ जाए। सिमरन तुहाडे घरां विच तब्दीली दिंदा है, क्योंकि जे साडा समाजिक जीवन चंगा होवे, साडा धार्मिक जीवन तां चंगा होवेगा। जे समाजिक जीवन चंगा नहीं, परिवारक जीवन चंगा नहीं, तो शायद उन्ना चंगा धार्मिक जीवन नहीं बन सकेगा, क्योंकि तुहाडे मन की जिहड़ी एकाग्रता ਉਹਦੇ ਵਿੱਚੋਂ ਗੱਗਾ ਜਿਹੜਾ ਸ਼ਬਦ ਹੈ ਉਹਦੇ ਤੇ ਆਪਾਂ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਗਿਆਨ, ਮਾਂ ਜਦੋਂ ਘਰ ਆਈ ਉਸ ਤੋਂ ਬਾਅਦ ਉਹਦਾ ਬੱਚਾ, ਕਿਉਂਕਿ ਉਹਨੇ ਪੜ੍ਹਨ ਤੋਰਿਆ ਸੀ, ਬੱਚਾ ਪੜ੍ਹ ਕੇ ਆਇਆ, ਬੱਚੇ ਨੇ ਆਉਂਦਿਆਂ ਸਾਰ ਜਰਾਬਾਂ ਲਾਈਆਂ, ਖਿਲਾਰ ਦਿੱਤੀਆਂ ਕਮਰੇ ਵਿੱਚ। ਸਕੂਲ ਵਾਲਾ ਜਿਹੜਾ ਬੈਗ ਹੈ ਉਹ ਦੂਰ ਸੁੱਟ ਦਿੱਤਾ, ਉਹਦੇ ਵਿੱਚੋਂ ਕਿਤਾਬਾਂ ਨਿਕਲ ਕੇ ਦੂਰ ਚਲੇ ਗਈਆਂ। ਕਿਚਨ ਵਿੱਚ ਗਿਆ, ਜਿਹਨੂੰ ਸਾਡੇ ਪਿੰਡਾਂ ਵਿੱਚ ਰਸੋਈ ਕਿਹਾ ਜਾਂਦਾ, ਉੱਥੇ ਗਿਆ, ਉੱਥੋਂ ਚਿਪਸ ਚੱਕੇ, ਨਾਲ ਹੀ ਕੁਝ ਪੀਣ ਵਾਸਤੇ ਚੱਕਿਆ, सोफे ते आके बैठ गया, टीवी ऑन कर लिया, तो टीवी ऑन करके नाले चिप्स खांदा है ते नाले कुछ पी जाता है। कुछ समय तो बाद माँ आ गई। हुण ध्यान ज्ञान उत्ते केंद्रित रखे। जदों माँ आई, माँ ने आउंदियां सार वेख्या भी जराबां किते खिलरियां पईयां ने, बूट किते सिੱਟੇ पए ने, बच्चे ने चिप्स कणाए हुए ने, कोक जिहड़ा पींदा डोलिया होया, टीवी ऑन किया होया, गुस्सा आ गया। उन्हें आउंदियां सार टीवी बंद कर दिता। बच्चे का गुस्सा आसमान में चढ़ गया। उन्हें कोक की बोतल सुट दी, सारे फर्श उत्ते गिला कर दिता। उन्हें चिप्स खिलार दिते, उच्ची उच्ची चीका मारन लग पिया। तो उहदे विचों प्राप्त की होया? सारा घर सी जिहड़ा वो नरक का रूप धारण कर गया। तो दूजा बिल्कुल इहदे नाल दा प्रमाण भगती। तुसीं पिछले 1 महीने तो लगातार सिमरन कर रहे हो। भगती, भगती विचों गबला शब्द है गग्गा। ਆਪਾਂ ਭਗਤੀ ਦੀ ਵਿਆਖਿਆ ਕਰ ਲੱਗਿਆ ਨਾ, ਭੱਬਾ ਗੱਗਾ ਤੱਤੇ ਬਿਹਾਰੀ ਭਗਤੀ। ਸਿਮਰਨ ਦਾ ਬਦਲਵਾ ਨਾ, ਗੱਗੇ ਤੋਂ ਭਾਵ ਗਿਆਨ। ਹੁਣ ਮਾਂ ਬੱਚੇ ਨੂੰ ਪਿਆਰ ਤੇ ਕਰਦੀ ਹੈ, ਲੇਕਿਨ ਉਹ ਕੁਝ ਜਿਹੜਾ ਉਹਨੂੰ ਕਰਨਾ ਚਾਹੀਦਾ ਸੀ ਉਸ ਨੂੰ ਸਮਝ ਨਾ ਸਕੀ, ਉਹਦਾ ਉਹਨੂੰ ਗਿਆਨ ਨਹੀਂ, ਗਿਆਨ ਤੋਂ ਸਿੱਖਣੀ ਹੈ। ਤੇ ਬਿਲਕੁਲ ਇਦਾਂ ਦਾ ਪ੍ਰਮਾਣ ਬੱਚਾ ਪੜ੍ਹ ਕੇ ਆਇਆ। ਬਿਲਕੁਲ ਬੱਚੇ ਨੇ ਉਹੀ ਕੁਝ ਕੀਤਾ। ਪੜ੍ਹਨ ਤੋਂ ਬਾਅਦ ਆਇਆ ਘਰ ਵਿੱਚ, ਬੈਗ ਇੱਕ ਪਾਸੇ ਸੁੱਟ ਦਿੱਤਾ, ਕਿਤਾਬਾਂ ਖਿਲਰ ਗਈਆਂ, पैरों में जराबां लाइया सुट दित्तियां, बूट खोले सुट दिते, किचन में गया, चिप्स कट के खान लग पाया, टीवी ऑन कर लिया। उस तरह कोक पींदा है सोफे उत्ते बैठ के। माँ उस तरह आउंदी है, वो आके अपने बच्चे के ये तौर तरीके वेखदी है, लेकिन कुछ बोलती नहीं। वो सोफे ते बच्चे को बैठ जाती है, बच्चा टीवी वेखदा है, वो सोफे ते बैठ जाती है। 2-4 मिनटा तो बाद वो बच्चे को मुखातब होंदी है, बेटा पढ़ के आए? हाँ माँ पढ़ के आए। तो बड़े प्यार नाल कहती है, पुत्र जी आ जिहड़ा टाइम है तेरे होमवर्क करने का टाइम है या तेरा टीवी देखने का टाइम है? वो बच्चा कहता, मॉम है तो मेरे होमवर्क करने का टाइम, पर जे तुसी आखो तो मैं 10-15 मिनट टीवी देख लवां। आपां शब्द की व्याख्या करते हैं गग्गा, ज्ञान। मां नूं बच्चा प्यारा है। भगती की व्याख्या आपां करन लगे। भगती की है? परमात्मा का नाम लैन नाल तुहानूं किहो जिहा ज्ञान मिलेगा? मैं इसकी व्याख्या जिहड़ी करके एक इनफॉर्मेशन, एक नॉलेज, एक जानकारी ते एक उहदे विचों अमली ज्ञान प्राप्त होना। हुण दोनों मावां बच्चों नूं प्यार करदियां ने, लेकिन ज्ञान की है पहली मां नूं पता नहीं ते दूजी मां नूं पता है।
ਇਸ ਗਿਆਨ ਦੇ ਪਿੱਛੇ ਤਾਕਤ ਕਿਹੜੀ ਕੰਮ ਕਰਦੀ ਹੈ? ਜਿਹੜੀ ਮਾਂ ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਜੀ ਦੇ ਅਨੇਕਾਂ ਨਾਂ ਨੇ ਉਹਦੀ ਬੰਦਗੀ ਕਰਦੀ ਹੈ, ਇਬਾਦਤ ਕਰਦੀ ਹੈ, ਉਹਦੇ ਅੰਦਰੋਂ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਕਿਸ ਗੱਲ ਨੂੰ ਕਿਵੇਂ ਕਰਨਾ, ਕਿਹੜੀ ਗੱਲ ਨੂੰ ਕਿਵੇਂ ਕਰਨਾ। ਤੇ ਤੀਜਾ ਅੱਖਰ ਹੈ ਤੱਤਾ। ਇਹਨੂੰ ਤੱਤੇ ਨੂੰ ਬਿਹਾਰੀ ਆਮ ਬੋਲੀ ਜਾਂਦੀ ਹੈ ਭਗਤੀ ਦੇ ਵਿੱਚ, ਲੇਕਿਨ ਤੱਤੇ ਨੂੰ ਸਿਹਾਰੀ ਵੀ ਕਿਤੇ ਤੁਸੀਂ ਪੜ੍ਹ ਸਕਦੇ ਹੋ। ਇਹ ਕੀ ਹੈ? ਪੱਬੇ ਤੋਂ ਭਜਨ ਕਰਨਾ, ਗੱਗੇ ਤੋਂ ਗਿਆਨ ਪ੍ਰਾਪਤ ਕਰਨਾ, ਤੇ ਤੱਤਾ ਹੈ ਤਿਆਗ। ਤਿਆਗ ਕਾਹਦਾ ਕਰਨਾ ਹੈ? ਜੇ ਗੁਰਮਤਿ ਵਿੱਚ ਆ ਕੇ ਗੱਲ ਨੂੰ ਇਸ ਨੂੰ ਵਿਚਾਰੋਗੇ ਤਿਆਗ ਕਾਹਦਾ ਕਰਨਾ ਹੈ, ਜੇ ਤੁਸੀਂ ਉਸ ਗੱਲ ਨੂੰ ਉਸ ਮਾਂ ਵਾਲੇ ਰੂਪ ਵਿੱਚੋਂ ਵੇਖੋਗੇ ਨਾ, ਉਹਦੇ ਵਿੱਚੋਂ ਤਿਆਗ ਕਰਨਾ ਆਪਣੀ ਹਉਮੈ ਦਾ, ਆਪਣੇ ਹੰਕਾਰ ਦਾ ਤਿਆਗ ਕਰਨਾ। ਉਹ ਜਿਹੜੇ ਦੂਜੇ ਪ੍ਰਮਾਣ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਜਿਸ ਮਾਂ ਨੇ ਆ ਕੇ ਟੀਵੀ ਬੰਦ ਕੀਤਾ, ਉਹਦੇ ਅੰਦਰ ਕਿਤੇ ਨਾ ਕਿਤੇ ਦੁਨਿਆਵੀ ਤੌਰ ਤੇ ਹੰਕਾਰ ਹੈ। ਜਿਸ ਮਾਂ ਨੇ ਬੰਦਗੀ ਕੀਤੀ ਹੈ, ਇਬਾਦਤ ਕੀਤੀ ਹੈ, ਉਹਨੂੰ ਪਤਾ ਹੈ ਕਿ ਇਹ ਜਿਹੜੀ ਹਉਮੈ ਹੈ ਮੇਰੇ ਬਣੇ ਹੋਏ ਕਾਰਜ ਨੂੰ ਵਿਗਾੜ ਦੇਵੇਗੀ। ਇਹ ਹੈ ਭਗਤੀ, ਜਿਹੜਾ ਪਿਛਲੇ 1 ਮਹੀਨੇ ਤੋਂ ਤੁਸੀਂ ਵਿਸ਼ੇਸ਼ ਸਿਮਰਨ ਸਮਾਗਮ ਕਰਦੇ ਹੋ। ਮੈਂ ਤੁਹਾਡੇ ਚਰਨਾਂ ਵਿੱਚ ਆਪਣਾ ਸਿਰ ਰੱਖ ਕੇ ਪ੍ਰਣਾਮ ਕਰਦਾ। ਆਓ ਫਿਰ ਜਿਹੜੇ ਸਿਮਰਨ ਕਰਦੇ ਨੇ ਕੀ ਪ੍ਰਾਪਤ ਹੁੰਦਾ ਹੈ? ਬਿਲਕੁਲ ਨਵੀਂ ਬਣ ਗਈ ਹੈ, ਬਿਲਕੁਲ ਨਵੀਂ ਕਵਿਤਾ ਕਿ ਜਿਹੜੇ ਭਗਤੀ ਕਰਦੇ ਨੇ ਉਹਨਾਂ ਦੇ ਬੇੜੇ ਕਿਵੇਂ ਪਾਰ ਹੁੰਦੇ ਨੇ। ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ, ਭਾਈ ਹਰਦੀਪ ਸਿੰਘ ਖਹਿਰਾ ਗਿੱਦੜਵਿੰਡੀ, ਭਾਈ ਬੂਟਾ ਸਿੰਘ ਭਾਈ ਰੂਪਾ ਅਤੇ ਸੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਬੀਲਾ। ਭਗਤੀ ਕਰਨ ਵਾਲਿਆਂ ਨੂੰ ਕੀ ਪ੍ਰਾਪਤ ਹੁੰਦਾ ਹੈ ਉਹ ਦਾਸਤਾਨ ਆਪ ਦੇ ਸਾਹਮਣੇ ਤੇ ਦਇਆਲ ਹੈ। ਜਾਮਾ ਮਿਲਿਆ ਮਨੁੱਖ ਭਾਗਾਂ ਨਾਲ ਹੈ, ਹੋਇਆ ਵਾਹਿਗੁਰੂ ਸਾਡੇ ਤੇ ਦਇਆਲ ਹੈ। ਜਾਮਾ ਮਿਲਿਆ ਮਨੁੱਖ ਭਾਗਾਂ ਨਾਲ ਹੈ, ਹੋਇਆ ਵਾਹਿਗੁਰੂ ਸਾਡੇ ਤੇ ਦਇਆਲ ਹੈ। ਜਾਮਾ ਮਿਲਿਆ ਮਨੁੱਖ ਭਾਗਾਂ ਨਾਲ ਹੈ, ਹੋਇਆ ਵਾਹਿਗੁਰੂ ਸਾਡੇ ਤੇ ਦਇਆਲ ਹੈ। ਜਿਹੜੇ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ, ਗੁਰੂ ਦੀ ਸੰਗਤ ਵਿੱਚ ਆਉਂਦੇ ਨੇ, ਆ ਕੇ ਸੀਸ ਗੁਰੂ ਚਰਨ ਝੁਕਾਉਂਦੇ ਨੇ। ਸੱਚੇ ਪਾਤਸ਼ਾਹ ਦੇ ਨਾਮ ਨੂੰ ਧਿਆਉਂਦੇ ਨੇ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ। ਜਿਹੜਾ ਵਾਲੀਆ ਹੈ ਸਾਰੇ ਸੰਸਾਰ ਦਾ, ਵਾਲੀਆ ਹੈ ਸਾਰੇ ਸੰਸਾਰ ਦਾ, ਜੋ ਹੈ ਸਰਗੁਣ ਰੂਪ ਨਿਰੰਕਾਰ ਦਾ। ਜਿਨ੍ਹਾਂ ਲਿਆਇਓ ਆਸਰਾ ਦਾ ਦਾਰ ਦਾ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ। ਵਿੱਚ ਸੰਗਤਾਂ ਦੇ ਪ੍ਰਭੂ ਦਾ ਹੈ ਵਾਸ ਜੀ, ਹੁੰਦੀ ਪੂਰੀ ਇੱਥੇ ਕੀਤੀ ਅਰਦਾਸ ਜੀ। ਵਿੱਚ ਸੰਗਤਾਂ ਦੇ ਪ੍ਰਭੂ ਦਾ ਹੈ ਵਾਸ ਜੀ, ਹੁੰਦੀ ਪੂਰੀ ਇੱਥੇ ਕੀਤੀ ਅਰਦਾਸ ਜੀ। ਵਿੱਚ ਸੰਗਤਾਂ ਦੇ ਪ੍ਰਭੂ ਦਾ ਹੈ ਵਾਸ ਜੀ, ਹੁੰਦੀ ਪੂਰੀ ਇੱਥੇ ਕੀਤੀ ਅਰਦਾਸ ਜੀ। ਵਿੱਚ ਸੰਗਤਾਂ ਦੇ ਪ੍ਰਭੂ ਦਾ ਹੈ ਵਾਸ ਜੀ, ਹੁੰਦੀ ਪੂਰੀ ਇੱਥੇ ਕੀਤੀ ਅਰਦਾਸ ਜੀ। ਮੁੱਖ ਵਾਹਿਗੁਰੂ ਸੰਗਤ ਜਦ ਕਹਿੰਦੀ ਹੈ, ਵਾਹਿਗੁਰੂ ਸੰਗਤ ਜਦ ਕਹਿੰਦੀ ਹੈ, ਬਾਣੀ ਗੁਰੂ ਦੀ ਕੰਨਾਂ 'ਚ ਜਦ ਪੈਂਦੀ ਹੈ। ਜਿਹੜੀ ਸੰਗਤ
ਸਭ ਵਿੱਚ ਸੱਚ ਵਾਲਾ ਨੂਰ ਜੀ। ਜਦੋਂ ਨਾਮ ਵਾਲਾ ਚੜ੍ਹਦਾ ਸਰੂਰ ਜੀ, ਦਿਖੇ ਸਭ ਵਿੱਚ ਸੱਚ ਵਾਲਾ ਨੂਰ ਜੀ। ਜਦੋਂ ਨਾਮ ਵਾਲਾ ਚੜ੍ਹਦਾ ਸਰੂਰ ਜੀ, ਦਿਖੇ ਸਭ ਵਿੱਚ ਸੱਚ ਵਾਲਾ ਨੂਰ ਜੀ। ਜਦੋਂ ਨਾਮ ਵਾਲਾ ਚੜ੍ਹਦਾ ਸਰੂਰ ਜੀ, ਦਿਖੇ ਸਭ ਵਿੱਚ ਸੱਚ ਵਾਲਾ ਨੂਰ ਜੀ। ਜਦੋਂ ਨਾਮ ਵਿੱਚ ਰੰਗੀ ਜਾਵੇ ਆਤਮਾ, ਨਾਮ ਵਿੱਚ ਰੰਗੀ ਜਾਵੇ ਆਤਮਾ, ਹੋਵੇ ਦੁਈ ਤੇ ਦਵੇਸ਼ ਵਾਲਾ ਖਾਤਮਾ। ਫਿਰ ਹਿਰਦੇ ਚ ਦਿਸੇ ਪਰਮਾਤਮਾ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ। ਮਿੱਠੀ ਲੱਗਦੀ ਗੁਰਾਂ ਦੀ ਸੱਚੀ ਬਾਣੀ ਹੈ, ਮਨ ਜਾਗੇ ਦੀ ਇਹ ਇੱਕੋ ਹੀ ਨਿਸ਼ਾਨੀ ਹੈ। ਮਿੱਠੀ ਲੱਗਦੀ ਗੁਰਾਂ ਦੀ ਸੱਚੀ ਬਾਣੀ ਹੈ, ਮਨ ਜਾਗੇ ਦੀ ਇਹ ਇੱਕੋ ਹੀ ਨਿਸ਼ਾਨੀ ਹੈ। ਮਿੱਠੀ ਲੱਗਦੀ ਗੁਰਾਂ ਦੀ ਸੱਚੀ ਬਾਣੀ ਹੈ, ਮਨ ਜਾਗੇ ਦੀ ਇਹ ਇੱਕੋ ਹੀ ਨਿਸ਼ਾਨੀ ਹੈ। ਮਿੱਠੀ ਲੱਗਦੀ ਗੁਰਾਂ ਦੀ ਸੱਚੀ ਬਾਣੀ ਹੈ, ਮਨ ਜਾਗੇ ਦੀ ਇਹ ਇੱਕੋ ਹੀ ਨਿਸ਼ਾਨੀ ਹੈ। ਜਿਸੇ ਸਭਨਾ ਜੀਆਂ ਦਾ ਦਾਤਾ ਏਕ ਹੈ, ਸਭਨਾ ਜੀਆਂ ਦਾ ਦਾਤਾ ਏਕ ਹੈ, ਉਸ ਏਕ ਦੇ ਹੀ ਰੂਪ ਅਨੇਕ ਹੈ। ਉਸੇ ਇੱਕ ਤੇ ਜੋ ਰੱਖ ਲੈਂਦਾ ਟੇਕ ਹੈ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ। ਦਾਤਾ ਇੱਕੋ ਤੇਰੇ ਨਾਮ ਦੀ ਹੈ ਲੋੜ ਜੀ, ਕਰੇ ਬੇਨਤੀ ਭਮੱਦੀ ਹੱਥ ਜੋੜ ਜੀ। ਦਾਤਾ ਇੱਕੋ ਤੇਰੇ ਨਾਮ ਦੀ ਹੈ ਲੋੜ ਜੀ, ਕਰੇ ਬੇਨਤੀ ਭਮੱਦੀ ਹੱਥ ਜੋੜ ਜੀ। ਦਾਤਾ ਇੱਕੋ ਤੇਰੇ ਨਾਮ ਦੀ ਹੈ ਲੋੜ ਜੀ, ਕਰੇ ਬੇਨਤੀ ਭਮੱਦੀ ਹੱਥ ਜੋੜ ਜੀ। ਦਾਤਾ ਇੱਕੋ ਤੇਰੇ ਨਾਮ ਦੀ ਹੈ ਲੋੜ ਜੀ, ਕਰੇ ਬੇਨਤੀ ਭਮੱਦੀ ਹੱਥ ਜੋੜ ਜੀ। ਮਨ ਜੋੜੇ ਨਿਰੰਕਾਰ ਨਾਲ ਵਾਹਿਗੁਰੂ, ਜੋੜੇ ਨਿਰੰਕਾਰ ਨਾਲ ਵਾਹਿਗੁਰੂ, ਆਖੋ ਸੰਗਤਾਂ ਪਿਆਰ ਨਾਲ ਵਾਹਿਗੁਰੂ। ਜਿੰਨਾ ਕਿਹਾ ਸਤਿਕਾਰ ਨਾਲ ਵਾਹਿਗੁਰੂ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ। ਜਿਹੜਾ ਵਾਲੀਆ ਹੈ ਸਾਰੇ ਸੰਸਾਰ ਦਾ, ਵਾਲੀਆ ਹੈ ਸਾਰੇ ਸੰਸਾਰ ਦਾ, ਜੋ ਹੈ ਸਰਗੁਣ ਰੂਪ ਨਿਰੰਕਾਰ ਦਾ। ਜਿੰਨਾ ਲਿਆ ਉਠਿਆਸ ਰਾਧਾ ਤਾਰ ਦਾ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ, ਉਹਨਾਂ ਦੇ ਬੇੜੇ ਪਾਰ ਹੋ ਗਏ। ਇੱਕ ਵਾਰੀ ਸਾਰੀ ਸੰਗਤ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅਰਬਤ ਸਤਿਕਾਰ ਨਾਲ ਸੀਸ ਝੁਕਾ ਕੇ ਇੱਕ ਵਾਰੀ ਫਿਰ ਸਿਮਰਨ ਕਰੋ ਤੇ ਪਿਆਰ ਸਹਿਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਪ ਸੰਗਤਾਂ ਵੱਲੋਂ ਬੇਅੰਤ ਪਿਆਰ ਮਿਲਿਆ, ਭਾਵੇਂ ਚਲਦੇ ਦੀਵਾਨ ਵਿੱਚ ਇਸ ਪਿਆਰ ਜੋ ਆਰਥਿਕ ਤੌਰ ਤੇ ਆਪ ਜੀ ਨੇ ਬਖਸ਼ਿਸ਼ ਕੀਤਾ ਇਹਦਾ ਜ਼ਿਕਰ ਕਰਨਾ ਸ਼ੋਭਾ ਨਹੀਂ ਦਿੰਦਾ, ਪਰ ਸੰਤ ਗਿਆਨੀ ਅਮੀਰ ਸਿੰਘ ਜੀ ਜੋ ਮੁਖੀ ਨੇ ਜਵੱਦੀ ਟਕਸਾਲ ਦੇ, ਉਹਨਾਂ ਵੱਲੋਂ ਬੇਅੰਤ ਅਸੀਸ ਜਥੇ ਨੂੰ ਪ੍ਰਾਪਤ ਹੋਈ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਮਹਾਂਪੁਰਖਾਂ ਦਾ ਆਸ਼ੀਰਵਾਦ ਹਮੇਸ਼ਾ ਲਈ ਜਥੇ ਨਾਲ ਬਣਿਆ ਰਹੇ। ਮੈਂ ਬਹੁਤ ਲੰਮੇ ਸਮੇਂ ਤੋਂ ਕਿਉਂਕਿ ਇਸ ਟਕਸਾਲ ਵਿੱਚ ਆਉਂਦਾ ਰਿਹਾ, ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਵਾਲਿਆਂ ਦੀ ਦੇਖ ਰੇਖ ਹੇਠ ਜਦੋਂ ਢਾਡੀ ਦਰਬਾਰ ਹੋਏ, ਮੈਂ ਉਹਨਾਂ ਸਮਾਗਮਾਂ ਵਿੱਚ ਵੀ ਬਤੌਰ ਢਾਡੀ ਹਾਜ਼ਰੀ ਭਰੀ। ਬੇਅੰਤ ਸੇਵਾਦਾਰ ਸਨ ਸੰਤ ਬਾਬਾ ਸੁੱਚਾ ਸਿੰਘ ਜੀ ਹੋਰਾਂ ਦੇ, ਲੇਕਿਨ ਉਹਨਾਂ ਦੀ ਨਜ਼ਰਾਂ ਵਿੱਚ ਪ੍ਰਵਾਨ ਕੌਣ ਚੜਿਆ, ਇਹ ਗੱਲ ਵੀ ਇਬਾਦਤ ਨਾਲ ਜੁੜੀ ਹੈ, ਬੰਦਗੀ ਨਾਲ ਜੁੜੀ ਹੈ। ਕੁਝ ਬੰਦਗੀ ਇਸ ਜਨਮ ਦੀ ਹੁੰਦੀ ਹੈ, ਕੁਝ ਸਾਡੇ ਪੂਰਵਲੇ ਜਨਮ ਦੀ ਇਬਾਦਤ ਕੀਤੀ ਹੁੰਦੀ ਹੈ, ਜਿਸ ਨਾਲ ਇਹੋ ਜਿਹੀਆਂ ਸੇਵਾਵਾਂ ਪ੍ਰਾਪਤ ਹੁੰਦੀਆਂ ਨੇ। ਗੁਰਮਤਿ ਦੇ ਸੰਗੀਤ ਖੇਤਰ ਵਿੱਚ ਬਹੁਤ ਉੱਚਾ ਮੁਕਾਮ ਰੱਖਣ ਵਾਲੀ ਜਵੱਦੀ ਟਕਸਾਲ ਦਾ ਮੁਖੀ ਬਣਨਾ
ਇਹ ਕੇਵਲ ਤੇ ਕੇਵਲ ਗੁਰੂ ਦੀ ਰਹਿਮਤ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਸੰਤ ਗਿਆਨੀ ਅਮੀਰ ਸਿੰਘ ਹੋਰਾਂ ਵੱਲੋਂ ਬੇਅੰਤ ਅਸੀਸ ਪ੍ਰਾਪਤ ਹੋਈ। ਮਹਾਰਾਜ ਕਿਰਪਾ ਕਰਨ, ਮਹਾਂਪੁਰਖਾਂ ਦਾ ਆਸ਼ੀਰਵਾਦ ਜਥੇ ਨਾਲ ਬਣਿਆ ਰਹੇ। ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਦੀ ਸ਼ਖਸੀਅਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਦੇ ਧਰਮ ਪਤਨੀ ਮੇਰੇ ਭੈਣ ਜੀ ਦਲਜੀਤ ਕੌਰ ਹੋਰੀ ਬੈਠੇ ਨੇ, ਬੇਅੰਤ ਸੇਵਾ ਕਰਦੇ ਨੇ। ਥਰਵਾ ਮਾਜਰਾ ਵਿਖੇ ਜਦੋਂ ਸਾਲਾਨਾ ਸਮਾਗਮ ਹੁੰਦਾ ਹੈ, ਉਹ ਜਿਸ ਤਰੀਕੇ ਨਾਲ ਜੂਠੇ ਬਰਤਨ ਸਾਫ਼ ਕਰਦੇ ਨੇ, ਮੇਰੀਆਂ ਨਜ਼ਰਾਂ ਵਿੱਚ ਉਹਨਾਂ ਦਾ ਕੱਦ ਬੁੱਤ ਉਨਾ ਹੀ ਮਹਾਨ ਹੋ ਜਾਂਦਾ ਹੈ। ਉਹਨਾਂ ਵੱਲੋਂ ਪਿਆਰ ਮਿਲਿਆ, ਸਤਿਕਾਰ ਮਿਲਿਆ, ਧੰਨਵਾਦ ਕਰਦਾ। ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ, ਜੋ ਕਿ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਹੋਰਾਂ ਦੇ ਸਤਿਕਾਰਯੋਗ ਪਿਤਾ ਜੀ ਨੇ, ਸੰਗਤ ਵਿੱਚ ਸਵਾਇਮਾਨ ਨੇ। ਇਹ ਉਹ ਵਿਦਵਾਨ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਮੈਂ ਮਾਣ ਮਹਿਸੂਸ ਕਰਦਾ। ਉਹ ਵੀ ਹਰ ਸਾਲ ਆਪਣੇ ਨਗਰ ਵਿੱਚ ਬਹੁਤ ਵੱਡਾ ਸਮਾਗਮ ਕਰਦੇ ਨੇ। ਹਾਬੜੀ ਵਿੱਚ ਉਹਨਾਂ ਵੱਲੋਂ ਵੀ ਪਿਆਰ ਮਿਲਿਆ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਹੁਣ ਮਾਇਆ ਦੀ ਗੱਲ ਆਪਾਂ ਵਿਚਕਾਰ ਵਿੱਚ ਕਿਤੇ ਨਹੀਂ ਕਰਾਂਗੇ। ਗੁਰੂ ਕੀ ਹੈ, ਗੁਰੂ ਦਾ ਕਰਨੀਨਾਮਾ ਕੀ ਹੈ। ਅੱਜ ਗੁਰੂ ਤੇ ਕਿੰਤੂ ਕਰਨ ਵਾਲੇ ਲੋਕ ਆ ਗਏ। ਅੱਜ ਗੁਰਬਾਣੀ ਉੱਤੇ ਕਿੰਤੂ ਕਰਨ ਵਾਲੇ ਲੋਕ ਨੇ। ਜੇ ਬਹੁਤ ਸੌਖਾ ਸਮਝਣਾ ਹੋਵੇ, ਉਹ ਕਹਿੰਦੇ ਗੁਰਬਾਣੀ ਦਾ ਬਾਰ-ਬਾਰ ਜਾਪ ਕਰਨਾ ਇਹ ਤੇ ਪਖੰਡ ਹੈ, ਤੋਤਾ ਰਟਨ ਹੈ। ਉਹ ਕਹਿੰਦੇ ਪਾਠ ਕਰਨ ਦੀ ਲੋੜ ਨਹੀਂ। ਮੈਂ ਹੈਰਾਨ ਹੋਣਾ ਕਿ ਜਿਸ ਗੁਰੂ ਨੂੰ, ਜਿਸ ਸ਼ਬਦ ਨੂੰ ਤੁਸੀਂ ਗੁਰੂ ਕਹਿ ਕੇ ਸੰਗਤਾਂ ਨੂੰ ਮੁਖਾਤਬ ਹੁੰਦੇ ਹੋ, ਉਹਦਾ ਪਾਠ ਕਰਨ ਨੂੰ ਤੁਸੀਂ ਕਹਿੰਦੇ ਹੋ ਤੋਤਾ ਰਟਨ ਹੈ। ਉਹ ਕਹਿੰਦੇ ਅਖੰਡ ਪਾਠ ਸਾਹਿਬ ਕਰਾਉਣ ਦੀ ਲੋੜ ਨਹੀਂ, ਸੁਖਮਨੀ ਸਾਹਿਬ ਆਪਣੇ ਘਰ ਵਿੱਚ ਕਰਾਉਣ ਦੀ ਲੋੜ ਨਹੀਂ। ਲੇਕਿਨ ਮੈਨੂੰ ਜਿੰਨੀ ਗੁਰੂ ਨੇ ਮੱਤ ਦਿੱਤੀ ਹੈ, ਜੇ ਸਾਨੂੰ ਸੁਖਮਨੀ ਸਾਹਿਬ ਕਰਾਉਣ ਦਾ ਮੌਕਾ ਮਿਲਿਆ ਆਪਣੇ ਘਰ ਵਿੱਚ, ਇਹ ਨਾ ਸੋਚੋ ਕਿ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ। ਕਦੇ ਇਹ ਅਨੁਭਵ ਕਰੋ ਕਿ ਅੱਜ ਸਾਡੇ ਘਰ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰ ਰਹੇ ਨੇ। ਗੁਰੂ ਅਰਜਨ ਦੇਵ ਮਹਾਰਾਜ ਦਾ ਸਾਡੇ ਘਰ ਵਿੱਚ ਬਚਨ ਕਰਨਾ ਇਹ ਕੋਈ ਛੋਟੀ ਗੱਲ ਹੈ ਕਿ ਇੱਕ ਗੁਰਬਾਣੀ ਦਾ ਇੱਕ ਇੱਕ ਸ਼ਬਦ ਹੈ ਜਿਹੜਾ, ਇਹ ਬਹੁਤ ਵੱਡੀ ਤਾਕਤ ਰੱਖਦਾ ਹੈ। ਲੇਕਿਨ ਸਿੱਖੀ ਦੇ ਦੁਸ਼ਮਣਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਮੈਂ ਅੱਗੇ ਵੀ ਇਹ ਕਦੇ ਗੱਲ ਕੀਤੀ ਹੋਵੇਗੀ, ਸਾਡੇ ਸਰੋਵਰਾਂ ਦੀ ਨੁਕਤਾਚੀਨੀ, ਸਾਡੇ ਗੁਰੂ ਅਸਥਾਨਾਂ ਦੀ ਨੁਕਤਾਚੀਨੀ ਕੌਣ ਲੋਕ ਨੇ ਜਿਹੜੇ ਕਰ ਰਹੇ ਨੇ। ਮਹਾਰਾਜ ਕਿਰਪਾ ਕਰੇ। ਕਿਸੇ ਦੀ ਨਜ਼ਰ ਵਿੱਚ ਹਰਮੰਦਰ ਸਾਹਿਬ ਆਮ ਇਮਾਰਤ ਹੋ ਸਕਦਾ, ਪਰ ਸਾਡੀ ਨਜ਼ਰ ਵਿੱਚ ਹਰਮੰਦਰ ਸਾਹਿਬ ਦਾ ਕੀ ਦਰਦ ਹੈ। ਪਤਾ ਨਹੀਂ ਉਸ ਹਰਮੰਦਰ ਸਾਹਿਬ ਨੂੰ, ਉਹਦੀ ਬੇਅਦਬੀ ਨੂੰ ਰੋਕਣ ਵਾਸਤੇ ਕਿੰਨੇ ਕੁ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉੱਥੇ ਕਿੰਨੇ ਕੁ ਸ਼ਹੀਦਾਂ ਦੇ ਸਿਰ ਲੱਗੇ ਹੋਏ। ਜਦੋਂ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਅਸੀਂ ਵਿਚਰਦੇ ਹਾਂ ਨਾ, ਪਰਿਕਰਮਾ ਕਰਦੇ ਹਾਂ, ਸੰਗਮਰਮਰ ਲੱਗੀ ਹੋਈ ਹੈ। ਇਹ ਨਾ ਸੋਚੋ ਅਸੀਂ ਸੰਗਮਰਮਰ ਤੇ ਤੁਰੇ ਜਾ ਰਹੇ ਹਾਂ, ਇੱਕ ਇੱਕ ਸਿੱਲ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ। ਗੁਰੂ ਦੀ ਨੁਕਤਾਚੀਨੀ ਕਰਨੀ, ਗੁਰਬਾਣੀ ਦੀ ਨੁਕਤਾਚੀਨੀ ਕਰਨੀ। ਮਹਾਰਾਜ ਕਿਰਪਾ ਕਰੇ, ਕਿਉਂਕਿ ਸਿੱਖੀ ਦਾ ਦੁਸ਼ਮਣ ਚਾਹੁੰਦਾ ਹੈ ਕਿ ਸਿੱਖ ਦਾ ਵਿਸ਼ਵਾਸ ਸ਼ਬਦ ਤੋਂ ਟੁੱਟ ਜਾਏ। ਸੁਚੇਤ ਹੋ ਕੇ ਤੁਰਨ ਦੀ ਲੋੜ ਹੈ। ਇਹ ਨੁਕਤਾਚੀਨੀ ਮੈਂ ਢਾਡੀ ਬਣ ਤੋਂ ਪਹਿਲਾਂ ਵੀ ਸੁਣੀ। ਮੈਂ ਗੱਲ 1970-71 ਦੀ ਕਰਦਾ ਹੋਵਾਂਗਾ, 6ਵੀਂ-7ਵੀਂ 'ਚ ਮੈਂ ਪੜ੍ਹਦਾ ਸੀ। ਉਦੋਂ ਵੀ ਸਰੋਵਰਾਂ ਦੀ ਨੁਕਤਾਚੀਨੀ ਸੁਣਨ ਵਿੱਚ ਆਈ। ਉਹ ਲੋਕ ਕਹਿੰਦੇ ਸਨ ਕਿ ਜੇ ਸਾਡੇ ਕੋਲ ਤਰਨਤਾਰਨ ਸਾਹਿਬ ਦਾ ਪ੍ਰਬੰਧ ਆ ਜਾਏ ਤੇ ਅਸੀਂ ਸਰੋਵਰ ਨੂੰ ਪੂਰ ਕੇ ਉਹਦੇ ਵਿੱਚ ਝੋਨਾ ਬੀਜਾਂਗੇ। ਇਹ ਗੱਲ ਮੈਂ ਆਪਣੀਆਂ ਅੱਖਾਂ ਨਾਲ ਪੜ੍ਹੀ ਹੋਈ ਹੈ। ਲੇਕਿਨ ਉਹ ਜਿਹੜੇ ਇਹ ਗੱਲ ਕਹਿੰਦੇ ਸਨ, ਉਹ ਸਿੱਖੀ ਬਾਣੇ ਵਿੱਚ ਨਹੀਂ ਸਨ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਸਿੱਖੀ ਦਾ ਬਾਣਾ ਪਾ ਕੇ ਨਹੀਂ ਸੀ ਗੱਲਾਂ ਕਰਦੇ। ਉਹ ਆਪਣੇ ਆਪ ਨੂੰ ਕਹਿੰਦੇ ਸਨ ਅਸੀਂ ਧਰਮ ਨੂੰ ਨਹੀਂ ਮੰਨਦੇ। ਪਰ ਅੱਜ ਸਿੱਖੀ ਦਾ ਬਾਣਾ ਪਾ ਕੇ ਗੁਰੂ ਕੇ ਸ਼ਬਦ ਦੀ ਤੋਹੀਨ ਕਰਨ ਦਾ ਯਤਨ ਹੋ ਗਿਆ। ਗੁਰੂ ਸਥਾਨਾਂ ਦੀ ਬੇਅਦਬੀ ਕਰਨ ਦੀ ਗੱਲ, ਬੜੀ ਭਾਵਪੂਰਤ ਗੱਲ ਹੈ, ਸਮਝ ਵਿੱਚ ਆ ਜਾਏ। ਜੇ ਕੋਈ ਹਰਮੰਦਰ ਸਾਹਿਬ ਦੀ ਬੇਅਦਬੀ ਕਰਦਾ ਹੈ, ਤੈਮੂਰ ਹੈ, ਅਹਿਮਦ ਸ਼ਾਹ ਅਬਦਾਲੀ ਹੈ, ਜਿਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੈ, ਜਦੋਂ ਕਦੇ ਇਹ ਬੇਅਦਬੀ ਕਰਦੇ ਨੇ, ਸਿੱਖਾਂ ਦਾ ਖੂਨ ਖੌਲਦਾ ਹੈ। ਖੂਨ ਖੌਲਦਾ ਨਾ, ਸਿੱਖ ਸਭ ਕੁਝ ਕਰ ਦਿੰਦੇ ਨੇ, ਉਹਨਾਂ ਦੇ ਪਾਪਾਂ ਦੀ ਸਜ਼ਾ ਦਿੰਦੇ ਨੇ। ਪਰ ਮੈਂ ਹੈਰਾਨ ਹਾਂ ਉਹਨਾਂ ਸਿੱਖਾਂ ਤੋਂ, ਜਦੋਂ ਹਰਮੰਦਰ ਸਾਹਿਬ ਨੂੰ ਆਮ ਇਮਾਰਤ ਸੁਣਦੇ ਨੇ ਕਿ ਗੁਰਬਾਣੀ ਦੇ ਸੰਬੰਧ ਵਿੱਚ ਉਹ ਐਸੇ ਸ਼ਬਦ ਸੁਣਦੇ ਨੇ, ਉਹ ਕਿਵੇਂ ਬਰਦਾਸ਼ਤ ਕਰ ਜਾਂਦੇ ਨੇ। ਉਹ ਕਿਵੇਂ ਨਾ ਸ਼ਬਦਾਂ ਨੂੰ ਪ੍ਰਵਾਨ ਕਰ ਲੈਂਦੇ ਨੇ। ਸਾਹਮਣੇ ਬੈਠੇ ਸਿੱਖ ਕੋਈ ਗੁਰੂ ਕੇ ਸ਼ਬਦ ਨੂੰ ਆਮ ਸ਼ਬਦ ਆਖੇ, ਇਹ ਸ਼ਬਦ ਸਿੱਖ ਪ੍ਰਵਾਨ ਕਰ ਲੈਣਗੇ। ਇੱਥੇ ਮੈਂ ਸਾਈਨ ਆਫ ਇੰਟਰੋਗੇਸ਼ਨ ਪਾਉਣਾ। ਮੈਂ ਗੁਰੂ ਕੀ ਹੈ ਇਹਦੀ ਵਡਿਆਈ, ਕਿਉਂਕਿ 1:45 ਵਜੇ ਆਪਾਂ ਸਾਰੀ ਸਮਾਪਤੀ ਕਰ ਦੇਣੀ, ਪ੍ਰਕਰਨ ਵੀ ਆਰੰਭ ਕਰਨਾ ਹੈ। ਤੇ ਗੁਰੂ ਦੀ ਬਖਸ਼ਿਸ਼, ਗੁਰੂ ਕੀ ਹੈ,
ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋ, ਯਾਦ ਰੱਖਿਓ ਖਾਲੀ ਨਹੀਂ ਪਰਤੋਗੇ। ਜਿਹਨੂੰ ਤੁਸੀਂ ਇੰਪੋਸੀਬਲ ਮੰਨਦੇ ਹੋ, ਅਸੰਭਵ ਨਹੀਂ ਹੋਣਾ, ਮੈਨੂੰ ਕਿੱਥੇ ਮਿਲਣਾ ਹੈ, ਭਾਵਨਾ ਨਾਲ ਇਹ ਸ਼ਬਦ ਦਾ ਅਭਿਆਸ ਕਰੋ। ਮੈਂ ਗੁਰੂ ਦੇ ਭੈ ਤੇ ਭਉ ਵਿੱਚ ਬਚਨ ਕਰਦਾ, ਮਿਲ ਜਾਏਗਾ। ਅਸੰਭਵ ਕੋਈ ਚੀਜ਼ ਨਹੀਂ, ਸੰਭਵ ਹੋ ਜਾਏਗੀ। ਇੰਪੋਸੀਬਲ ਨਹੀਂ, ਉਹ ਗੱਲ ਪੋਸੀਬਲ ਹੋ ਜਾਏਗੀ। ਲੇਕਿਨ ਹੋਵੇਗੀ ਕਦੋਂ? ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਅਸੀਂ ਮਨ ਕਰਕੇ ਜੁੜਦਾ। ਇਹ ਸਿਮਰਨ ਅਭਿਆਸ ਸਾਨੂੰ ਮਨ ਕਰਕੇ ਗੁਰੂ ਨਾਲ ਜੁੜਦਾ। ਜਿਹੜਾ ਮਨ ਕਰਕੇ ਗੁਰੂ ਨਾਲ ਜੁੜਦਾ, ਗੁਰੂ ਤੇਗ ਬਹਾਦਰ ਮਹਾਰਾਜ ਭਰਮਣ ਕਰਦੇ ਕਰਦੇ ਅਸਾਮ ਦੀ ਧਰਤੀ ਤੇ ਪਹੁੰਚ ਜਾਂਦੇ ਆ, ਜਿੱਥੇ ਲੋਕਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦਾ 9ਵਾਂ ਰੂਪ ਅਸਾਮ ਦੀ ਧਰਤੀ ਤੇ ਆਇਆ। ਸਿੱਖ ਸੰਗਤਾਂ ਸਤਿਗੁਰੂ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਪਹੁੰਚਦੀਆਂ ਨੇ ਤੇ ਖਬਰਾਂ ਉੱਥੋਂ ਦੇ ਰਾਜਿਆਂ ਤੱਕ ਵੀ ਜਾਂਦੀਆਂ ਨੇ। ਅੱਜ ਵਰਗੇ ਰਾਜੇ ਨਹੀਂ ਸਨ, ਅੱਜ ਵਰਗੀਆਂ ਸਟੇਟਾਂ ਨਹੀਂ ਸਨ, ਤੇ ਉਹਨਾਂ ਵਿੱਚੋਂ ਇੱਕ ਰਾਜੇ ਦਾ ਨਾਂ ਹੈ ਰਾਜਾ ਰਾਮ ਰਾਏ। ਉਮਰ ਵੱਡੀ ਹੋ ਗਈ ਤੇ ਉਹਨੂੰ ਮਹਿਲਾਂ ਵਿੱਚ ਵੀ ਕਈ ਵਾਰੀ ਬੇਚੈਨੀ ਲੱਗ ਜਾਂਦੀ ਹੈ। ਕਈ ਵਾਰੀ ਬੰਦਾ ਜਿਹੜੀ ਗੱਲ ਦੀ ਘਾਟ ਉਹਦੇ ਮਨ ਵਿੱਚ ਰੜਕਦੀ ਹੋਵੇ, ਜੇ ਉਹ ਨਾ ਹੋਵੇ ਨਾ, ਉਹ ਬੰਦਾ ਤੜਫਦਾ ਰਹਿੰਦਾ। ਇੱਕ ਸੁੱਖ ਹੁੰਦਾ ਤੇ ਇੱਕ ਸੁੱਖ ਦੇ ਸਾਧਨ ਹੁੰਦੇ ਨੇ। ਇਹ ਦੋ ਨੇ ਰੂਪੇ ਦੇ, ਇੱਕ ਸੁੱਖ ਤੇ ਇੱਕ ਸੁੱਖ ਦੇ ਸਾਧਨ। ਸਾਡਾ ਡਰਾਇੰਗ ਰੂਮ ਬਹੁਤ ਵਧੀਆ, ਉਹਦੇ ਵਿੱਚ ਜਿੰਨਾ ਵੀ ਸਾਡਾ ਸੋਫਾ ਸੈੱਟ ਵਗੈਰਾ ਜੋ ਕੁਝ ਵੀ ਅਸੀਂ ਲਾਇਆ ਉਹ ਸ਼ਾਨਦਾਰ ਹੈ। ਉਹਦੇ ਵਿੱਚ ਏਸੀ ਲੱਗਿਆ ਹੋਇਆ, ਉਹਦੇ ਵਿੱਚ ਸ਼ਾਨਦਾਰ ਲਾਈਟਾਂ ਲੱਗੀਆਂ ਨੇ। ਇਹ ਸੁੱਖ ਦੇ ਸਾਧਨ ਨੇ। ਲੇਕਿਨ ਜ਼ਰੂਰੀ ਨਹੀਂ ਕਿ ਉਸ ਡਰਾਇੰਗ ਰੂਮ ਵਿੱਚ ਬੈਠ ਕੇ ਤੁਸੀਂ ਸ਼ਾਂਤ ਹੋ ਜਾਓ। ਕਈ ਵਾਰੀ ਬਹੁਤ ਵੱਡਾ ਘਰ ਹੁੰਦਾ, ਲੇਕਿਨ ਅੰਦਰ ਓਡੀ ਵੱਡੀ ਬੇਚੈਨੀ ਹੁੰਦੀ ਹੈ, ਤੜਫਦਾ ਹੁੰਦਾ ਬੰਦਾ। ਕੋਈ ਪਰੇਸ਼ਾਨੀ ਉਹਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਣ ਦਿੰਦੀ, ਸਾਰੀ ਸਾਰੀ ਰਾਤ ਉਹ ਤੁਰ ਕੇ ਗੁਜ਼ਾਰ ਦਿੰਦਾ ਹੈ। ਸੁੱਖ ਹੋਰ ਚੀਜ਼ ਹੈ, ਲੇਕਿਨ ਸੁੱਖ ਦੇ ਸਾਧਨ ਹੋਰ ਚੀਜ਼ ਹੈ। ਉਹ ਰਾਜੇ ਦੇ ਘਰ ਵਿੱਚ ਸੁੱਖ ਦੇ ਸਾਧਨ ਨੇ, ਲੇਕਿਨ ਇੱਕ ਭੁੱਖ ਉਹਨੂੰ ਬਹੁਤ ਪਰੇਸ਼ਾਨ ਕਰਦੀ ਹੈ। ਭੁੱਖਾਂ ਕਈ ਨੇ, ਕਈ ਬੰਦਿਆਂ ਨੂੰ ਧਨ ਦੀ ਭੁੱਖ ਹੁੰਦੀ ਹੈ, ਉਹ ਧਨ ਨਾਲ ਰੱਜਦੇ ਨਹੀਂ। ਉਹ ਧਨ ਵਾਸਤੇ ਭਰਾ ਨੂੰ ਕਤਲ ਕਰ ਸਕਦੇ ਨੇ, ਮਾਂ ਨੂੰ ਕਤਲ ਕਰ ਸਕਦੇ ਨੇ, ਬਾਪ ਨੂੰ ਕਤਲ ਕਰ ਸਕਦੇ ਨੇ। ਭੁੱਖ ਹੈ, ਉਹ ਕਿਸੇ ਦਾ ਹੱਕ ਖਾ ਸਕਦੇ ਨੇ, ਕਿਸੇ ਕੋਲੋਂ ਰਿਸ਼ਵਤ ਲੈ ਸਕਦੇ ਨੇ। ਧਨ ਨਾਲ ਰੱਜਦੇ ਨਹੀਂ, ਧਨ ਦੀ ਭੁੱਖ ਹੈ। ਕਈ ਬੰਦਿਆਂ ਨੂੰ ਅਹੁਦੇ ਦੀ ਭੁੱਖ ਹੈ, ਉਹ ਕਹਿੰਦੇ ਨੇ ਕਿ ਦੁਨੀਆ ਭਰ ਦੇ ਅਹੁਦੇ ਮੇਰੇ ਕੋਲ ਆ ਜਾਣ। ਅਹੁਦੇ ਦੀ ਵੀ ਆਪਣੀ ਭੁੱਖ ਹੈ। ਕਿਸੇ ਨੂੰ ਉਹ ਭੁੱਖ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਪ੍ਰਭਤਾ ਦੀ ਭੁੱਖ, ਬੱਲੇ ਬੱਲੇ। ਇਹ ਵੀ ਇੱਕ ਭੁੱਖ ਹੈ। ਲੋਕ ਮੇਰੇ ਕੰਨਾਂ ਵਿੱਚ ਉਹ ਸ਼ਬਦ ਪੈਣ ਵੀ ਤੇਰੇ ਵਰਗਾ ਕੋਈ ਨਹੀਂ, ਇਹ ਵੀ ਭੁੱਖ ਹੈ। ਲੇਕਿਨ ਇਹਨਾਂ ਸਭਨਾਂ ਭੁੱਖਾਂ ਤੋਂ ਪ੍ਰਬਲ ਭੁੱਖ ਹੈ ਔਲਾਦ ਦੀ ਭੁੱਖ, ਸੰਤਾਨ ਦੀ ਭੁੱਖ। ਤੇ ਜਦੋਂ ਗ੍ਰਸਥ ਜੀਵਨ ਵਿੱਚ ਆ ਕੇ ਘਰ ਵਿੱਚ ਔਲਾਦ ਨਾ ਪੈਦਾ ਹੋਵੇ, ਇਹਦੇ ਵਰਗਾ ਦੁੱਖ ਕੋਈ ਨਹੀਂ। ਜਿਨ੍ਹਾਂ ਦੇ ਕੇਵਲ ਧੀਆਂ ਨੇ ਉਹ ਕਹਿੰਦੇ ਨੇ ਪੁੱਤਰ ਹੋ ਜਾਏ, ਤੇ ਜਿਨ੍ਹਾਂ ਦੇ ਧੀਆਂ ਵੀ ਨਹੀਂ ਉਹ ਧੀ ਲਈ ਵੀ ਤਰਸਦੇ ਵੇਖੇ ਗਏ ਨੇ। ਸੁੱਖ ਇੱਕ ਵੱਖਰੀ ਗੱਲ ਹੈ। ਅਗਲੀ ਗੱਲ ਹੈ ਸਿਮਰਨ ਅਭਿਆਸ ਦੀ ਗੱਲ ਆਪਾਂ ਕਰਕੇ ਆਏ ਹਾਂ। ਪੂਰਬਲੇ ਕਰਮ ਨਾਲ ਜੋੜ ਕੇ ਵੇਖਿਆ ਜਾ ਸਕਦਾ। ਇਹ ਰਾਜਾ ਰਾਮ ਰਾਏ ਇਸ ਕਾਰਨ ਪਰੇਸ਼ਾਨ ਹੈ ਕਿ ਇਹਦੇ ਘਰ ਵਿੱਚ ਔਲਾਦ ਨਹੀਂ। ਇੱਕ ਉਮਰ ਹੁੰਦੀ ਹੈ ਜਦੋਂ ਆਸ ਹੁੰਦੀ ਹੈ, ਉਮਰ ਜਦੋਂ ਵੱਡੀ ਹੋ ਜਾਏ ਫਿਰ ਆਸ ਬੇਆਸ ਵਿੱਚ ਤਬਦੀਲ ਹੋ ਜਾਂਦੀ ਹੈ। ਹੁਣ ਨਹੀਂ ਮਿਲੇਗਾ। ਤੁਸੀਂ ਵੱਡਾ ਕਰਕੇ ਗੱਲ ਨੂੰ ਸਮਝ ਲੈਣਾ। ਜਿਉਂ ਜਿਉਂ ਉਮਰ ਵੱਡੀ ਹੁੰਦੀ ਹੈ ਆਸ ਘਟਦੀ ਜਾਂਦੀ ਹੈ। ਉਮਰ ਵੱਡੀ ਹੋ ਗਈ, ਆਸਾਂ ਮੁੱਕ ਗਈਆਂ। ਇਹਨਾਂ ਦੇ ਕੰਨਾਂ ਤੱਕ ਖਬਰ ਪਹੁੰਚੀ ਕਿ 9ਵਾਂ ਨਾਨਕ ਆਇਆ, ਅਸਾਮ ਆਇਆ। ਹੁਣ ਰਾਜਾ ਰਾਮ ਰਾਏ ਆਪਣੀ ਘਰਵਾਲੀ ਨੂੰ ਲੈ ਕੇ ਉਸ ਥਾਂ ਤੇ ਪਹੁੰਚਿਆ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਬੈਠੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਅਰਦਾਸ ਵਿੱਚ, ਇਹ ਸ਼ਬਦ ਜਦੋਂ ਦੁਹਰਾਉਂਦੇ ਹਾਂ, ਸਾਡਾ ਮਨ ਇੱਕਦਮ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਝੁਕ ਜਾਂਦਾ ਹੈ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਘਰ ਵਿੱਚ 9 ਨਿਧਾਂ 18 ਸਿੱਧਾਂ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਆਰਾਧਨਾ ਕਰਦੇ ਨੇ। ਰਾਜਾ ਰਾਮ ਰਾਏ ਆਪਣੀ ਘਰਵਾਲੀ ਨੂੰ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਪਹੁੰਚਿਆ ਤੇ ਮੱਥਾ ਟੇਕਿਆ। ਹੁਣ ਸਤਿਗੁਰੂ ਮਹਾਰਾਜ ਵੇਖੋ ਗੁਰੂ ਦੀ ਅੰਤਰਜਾਮਤਾ। ਅਸੀਂ ਗੁਰੂ ਨੂੰ ਆਪਣਾ ਦੁੱਖ ਦੱਸਦੇ ਹਾਂ, ਅਸੀਂ ਅਰਦਾਸ ਕਰਦੇ ਹਾਂ ਨਾ, ਅਸੀਂ ਗੁਰੂ ਅੱਗੇ ਦੱਸਦੇ ਹਾਂ ਵੀ ਸੱਚੇ ਪਾਤਸ਼ਾਹ ਮੈਨੂੰ ਆਹ ਦੁੱਖ ਹੈ, ਮੇਰੀ ਆਹ ਲੋੜ ਹੈ। ਲੇਕਿਨ ਗੁਰੂ ਦੀ ਅੰਤਰਜਾਮਤਾ ਵੇਖੋ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਰਾਜਾ ਰਾਮ ਰਾਏ ਤੂੰ ਉਦਾਸ ਕਿਉਂ ਹੈ? ਆਪ ਪੁੱਛਦੇ ਨੇ ਤੇਰੀ ਉਦਾਸੀ ਦਾ ਕੀ ਕਾਰਨ? ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਕਰਨੀ ਨਾਮ ਹੈ। ਦੱਸ ਕਿਉਂ ਉਦਾਸ ਹੈ? ਤੇਰੇ ਚਿਹਰੇ ਤੇ ਖੁਸ਼ੀ ਨਹੀਂ,
ਸੀਸ ਉੱਤੇ ਕਲਗੀ ਲੱਗੀ ਹੋਈ ਹੈ, ਮਹਿਲਾਂ ਦਾ ਮਾਲਕ ਹੈ, ਨੌਕਰ ਚਾਕਰ, ਗੋਲੀਆਂ ਬੰਦੀਆਂ, ਹੀਰੇ ਮੋਤੀ, ਸੋਨਾ ਚਾਂਦੀ, ਜਵਾਹਰਾਤ, ਬਹੁਤ ਕੁਝ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਦਾਸ ਹੈ। ਤੇਰੇ ਚਿਹਰੇ ਤੇ ਖੁਸ਼ੀ ਕਿਉਂ ਨਹੀਂ? ਹੁਣ ਇੰਨੀ ਗੱਲ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਪੁੱਛੀ, ਹੁਣ ਉਹ ਰਾਜਾ ਫਿਸ ਪਿਆ ਤੇ ਆਪਣੇ ਅੰਦਰ ਦੀ ਭਾਵਨਾ ਹੈ, ਆਪਣੀ ਜਿਹੜੀ ਘਾਟ ਹੈ, ਉਹ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਸਿਰ ਰੱਖ ਕੇ ਦੱਸਣ ਲੱਗਾ। ਆਓ ਢਾਡੀ ਕਲਾ ਦੀ ਇਹ ਬੰਦਗੀ ਵਿੱਚ ਉਹ ਦਾਸਤਾਨ ਮੇਰੇ ਸਾਥੀ ਆਪਣੇ ਸਾਹਮਣੇ ਇਉਂ ਕਰਨ।
ਹੁਣ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਪੁੱਛਣਾ ਕੀਤਾ, ਰਾਜਾ ਰਾਮ ਰਾਏ ਉਦਾਸ ਕਿਉਂ ਹੈ? ਤੇਰੀ ਉਦਾਸੀ ਦਾ ਕੀ ਕਾਰਨ? ਤੇ ਰਾਜਾ ਰਾਮ ਰਾਏ ਨੇ ਮਹਾਰਾਜ ਦੇ ਚਰਨਾਂ ਤੇ ਸਿਰ ਝੁਕਾ ਕੇ ਆਖਿਆ, ਮਹਾਰਾਜ ਮੇਰੇ ਘਰ ਵਿੱਚ ਸੰਤਾਨ ਨਹੀਂ, ਨਾ ਕੋਈ ਪੁੱਤਰ ਹੈ ਨਾ ਕੋਈ ਧੀ ਹੈ। ਬੜਾ ਮਿੱਠਾ ਮੇਵਾ ਹੈ ਦੁਨੀਆ ਵਿੱਚ ਸੰਤਾਨ ਦਾ। ਹਰ ਬੰਦਾ ਜਿਹੜਾ ਗ੍ਰਸਥ ਜੀਵਨ ਵਿੱਚ ਆਇਆ ਉਹਦੀ ਇੱਛਾ ਹੁੰਦੀ ਹੈ ਕਿ ਮੇਰੇ ਘਰ ਵਿੱਚ ਸੰਤਾਨ ਹੋਵੇ। ਇਹ ਜ਼ਿੰਦਗੀ ਦੇ 4 ਸੁੱਖਾਂ ਵਿੱਚੋਂ ਤੀਜਾ ਸੁੱਖ ਹੈ। ਜ਼ਿੰਦਗੀ ਦੇ ਮੋਟੇ ਤੌਰ ਤੇ 4 ਸੁੱਖ ਨੇ। ਇਹ ਚਾਰੇ ਸੁੱਖ ਹਰ ਬੰਦਾ ਚਾਹੁੰਦਾ ਪਰ ਹਰ ਬੰਦੇ ਨੂੰ ਮਿਲਦੇ ਨਹੀਂ। ਉਹਨਾਂ ਵਿੱਚੋਂ ਤੀਜਾ ਸੁੱਖ ਹੈ ਜਿਹੜਾ ਤੀਜੀ ਖੁਸ਼ੀ, ਉਹ ਹੈ ਸੰਤਾਨ ਦਾ ਪੈਦਾ ਹੋਣਾ। ਪਰ ਸ਼ਰਤ ਹੈ ਇਹਦੇ ਨਾਲ, ਜਿਹੜੀ ਸੰਤਾਨ ਪੈਦਾ ਹੋਵੇ ਉਹ ਲਾਇਕ ਹੋਵੇ, ਆਗਿਆਕਾਰ, ਮਾਂ ਬਾਪ ਦੀ ਗੱਲ ਨੂੰ ਮੰਨਣ ਵਾਲੀ। ਜੇ ਸੰਤਾਨ ਤੇ ਪੈਦਾ ਹੋ ਜਾਏ ਲੇਕਿਨ ਨਲਾਇਕ ਨਿਕਲ ਜਾਏ, ਮਾੜੀ ਨਿਕਲ ਜਾਏ, ਤੇ ਮੇਰੇ ਵਿਚਾਰਾਂ ਨਾਲ ਤੁਸੀਂ ਸਹਿਮਤ ਹੋ ਜਾਓਗੇ, ਬੰਦਾ ਕਦੇ ਦੁਸ਼ਮਣ ਤੋਂ ਨਹੀਂ ਹਾਰਦਾ, ਬੰਦਾ ਕਦੇ ਵਿਰੋਧੀ ਤੋਂ ਨਹੀਂ ਹਾਰਦਾ। ਬੰਦਾ ਜਦੋਂ ਹਾਰਦਾ ਹੈ ਆਪਣੀ ਮਾੜੀ ਔਲਾਦ ਤੋਂ ਹਾਰਦਾ ਹੈ। ਇਸ ਜ਼ਿੰਦਗੀ ਦੀ ਤੀਜੀ ਖੁਸ਼ੀ ਚਾਹੁੰਦਾ ਹਰ ਬੰਦਾ। ਇਹ ਨਹੀਂ ਕਿ ਜਿਨ੍ਹਾਂ ਦੀ ਔਲਾਦ ਹੈ ਬਹੁਤ ਸੌਖੇ ਨੇ। ਮੈਂ ਹੈਰਾਨ ਹੋ ਗਿਆ ਜਦੋਂ ਮੈਂ ਅੰਕੜੇ ਪੜ੍ਹੇ ਕਿ 85% ਬੰਦੇ ਆਪਣੀ ਔਲਾਦ ਤੋਂ ਦੁਖੀ ਨੇ। ਕਾਰਨ ਵੱਖ-ਵੱਖ ਹੋ ਸਕਦੇ ਨੇ। ਕੋਈ ਵਿਰਲਾ ਬੰਦਾ ਹੋਵੇਗਾ ਜਿਹੜਾ ਔਲਾਦ ਤੋਂ ਖੁਸ਼ ਹੋਵੇਗਾ, ਪਰ ਚਾਹੁੰਦਾ ਹਰੇਕ ਬੰਦਾ ਹੈ। ਅਰਦਾਸਾਂ ਵੀ ਕਰਦਾ, ਬੇਨਤੀਆਂ ਵੀ ਕਰਦਾ। ਸਾਡੇ ਸਮਾਜ ਵਿੱਚ ਕਿਸੇ ਵੇਲੇ ਪੁੱਤਰਾਂ ਦੀ ਗੱਲ ਚੱਲਦੀ ਹੈ ਕਿ ਪੁੱਤਰ ਹੋਣਾ ਜ਼ਰੂਰੀ ਹੈ। ਅੱਜ ਧੀਆਂ ਨੇ ਬੜੀ ਤਰੱਕੀ ਕੀਤੀ। ਇਹਦੇ ਵਿੱਚ ਵੀ ਕੋਈ ਝਿਜਕ ਨਹੀਂ ਕਹਿਣ ਵਿੱਚ ਮੈਨੂੰ ਕਿ ਧੀਆਂ ਨੇ ਜਿਹੜੀਆਂ ਉਹ ਪੁੱਤਰਾਂ ਨਾਲੋਂ ਮਾਪਿਆਂ ਨੂੰ ਜ਼ਿਆਦਾ ਪਿਆਰ ਕਰਦੀਆਂ ਨੇ। ਤੁਸੀਂ ਕਸਵੱਟੀ ਲਾ ਕੇ ਵੇਖ ਲਿਓ, ਤੁਸੀਂ ਆਖੋ ਕਿ ਪੁੱਤਰ ਨਹੀਂ ਪਿਆਰ ਕਰਦੇ, ਲੇਕਿਨ ਪੁੱਤਰ ਦਾ ਜਿਹੜਾ ਪਿਆਰ ਹੁੰਦਾ ਹੈ ਉਹਦੇ ਵਿੱਚ ਛੋਟਾ ਜਿਹਾ ਲਾਲਚ ਲੁਕਿਆ ਹੁੰਦਾ ਹੈ। ਜੇ ਬਾਪੂ ਨੂੰ ਪਿਆਰ ਨਾ ਕੀਤਾ, ਬਾਪੂ ਨੇ ਜ਼ਮੀਨ ਨਹੀਂ ਦੇਣੀ, ਵਸੀਅਤ ਨਹੀਂ ਕਰਾਉਣੀ, ਉਹਦੇ ਪਿੱਛੇ ਲਾਲਚ ਹੁੰਦਾ ਹੈ। ਲੇਕਿਨ ਧੀਆਂ ਦਾ ਪਿਆਰ ਜਿਹੜਾ ਹੁੰਦਾ ਹੈ, ਕੋਈ ਕਿਤੇ ਬੈਠੀ ਹੋਵੇ ਧੀ, ਜੇ ਪਤਾ ਲੱਗ ਜਾਏ ਮਾਂ ਬਿਮਾਰ ਹੈ, ਪਿਤਾ ਬਿਮਾਰ ਹੈ, ਘਰ ਦੇ ਕੰਮ ਛੱਡ ਕੇ ਮਾਂ ਬਾਪ ਕੋਲ ਪਹੁੰਚਦੀ ਹੈ ਤੇ ਦੱਸੋ, ਕਹਿੰਦੀ ਹੈ ਡੈਡੀ ਕਿੱਥੇ ਲੈ ਕੇ ਚੱਲਾਂ? ਮਾਂ ਦੱਸ ਤੈਨੂੰ ਕਿੱਥੇ ਲੈ ਕੇ ਜਾਵਾਂ? ਧੀਆਂ ਦਾ ਪਿਆਰ ਹੈ। ਜਿਹਨਾਂ ਦੇ ਨਹੀਂ ਹੁੰਦੀਆਂ ਨਾ, ਇਸ ਜੇ ਸਾਂਝਾ ਪਰਿਵਾਰ ਹੋਵੇ, ਧੀ ਤੇ ਪੁੱਤਰ ਦੋਨੋਂ ਹੋਣ, ਚੰਗਾ ਲੱਗਦਾ ਹੈ, ਪਰਿਵਾਰ ਚੰਗਾ ਲੱਗਦਾ ਹੈ। ਧੀਆਂ ਦਾ ਆਪਣਾ ਮਹੱਤਵ ਹੈ। ਲੇਕਿਨ ਉਹ ਸਮਾਜ ਦੀ ਗੱਲ, ਉਸ ਸਮੇਂ ਦੀ ਗੱਲ ਮੈਂ ਕੇਂਦਰਿਤ ਕਰ ਲਵਾਂ ਕਵਿਤਾ ਕਹਿ ਕੇ ਪ੍ਰਕਰਨ ਨੂੰ ਸਮਾਪਤੀ ਵੱਲ ਲੈ ਕੇ ਆਵਾਂ। ਤੁਸੀਂ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਨੂੰ ਪੜ੍ਹਦੇ ਹੋ ਤੇ ਉਹਨਾਂ ਦੇ ਜੀਵਨ ਵਿੱਚ ਇੱਕ ਹਾਥੀ ਦਾ ਜ਼ਿਕਰ ਆਉਂਦਾ, ਪ੍ਰਸਾਦੀ ਹਾਥੀ। ਇਹਨੂੰ ਕਿਉਂ ਪ੍ਰਸਾਦੀ ਹਾਥੀ ਕਹਿੰਦੇ ਨੇ? ਇਹਦਾ ਨਾਮ ਪ੍ਰਸਾਦੀ ਹਾਥੀ ਕਿਉਂ ਹੈ ਤੇ ਕਿਹਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟਾ ਕੀਤਾ? ਆਪਾਂ ਇਸ ਕਵਿਤਾ ਤੋਂ ਬਾਅਦ ਉਸ ਗੱਲ ਨੂੰ 1-1.5 ਮਿੰਟ ਵਿੱਚ ਡਿਸਕਸ਼ਨ ਵਿੱਚ ਲੈ ਕੇ ਆਵਾਂਗੇ। ਹੁਣ ਰਾਜਾ ਰਾਮ ਰਾਏ ਨੇ ਆਖਿਆ, ਮਹਾਰਾਜ ਮੇਰੇ ਘਰ ਵਿੱਚ ਸੰਤਾਨ ਨਹੀਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਰਹਿਮਤ ਦੇ ਘਰ ਵਿੱਚ ਆਏ। ਇਤਿਹਾਸਕਾਰ ਕਹਿੰਦੇ ਨੇ ਕਿ ਮਹਾਰਾਜ ਦੇ ਹੱਥ ਵਿੱਚ ਇੱਕ ਅੰਗੂਠੀ ਦੀ ਸ਼ਕਲ ਦਾ, ਜਿਹਨੂੰ ਆਪਾਂ ਮੁੰਦਰੀ ਛੱਲੇ ਵਾਂਗ ਕਹਿ ਦਿੰਦੇ ਹਾਂ, ਇੱਦਾਂ ਦੀ ਇੱਕ ਚੀਜ਼ ਮਹਾਰਾਜ ਦੇ ਹੱਥ ਵਿੱਚ ਫੜੀ ਹੋਈ ਹੈ। ਬਹੁਤਿਆਂ ਨੇ ਅੰਗੂਠੀ ਆਖਿਆ, ਕਈਆਂ ਨੇ ਇੱਕ ਗੋਲ ਦਾਇਰੇ ਦਾ ਛੱਲਾ ਵੀ ਆਖਿਆ, ਕਈਆਂ ਨੇ ਇੱਕ ਸਿੱਕਾ ਵੀ ਆਖਿਆ, ਮੋਹਰ ਵੀ ਆਖਿਆ। ਮਹਾਰਾਜ ਨੇ ਹੱਥਾਂ ਵਿੱਚ ਉਹ ਮੋਹਰ ਫੜੀ ਹੋਈ ਹੈ ਤੇ ਸਤਿਗੁਰੂ ਮਹਾਰਾਜ ਰਾਜਾ ਰਾਮ ਰਾਏ ਦੀ ਰਾਣੀ ਵੱਲ ਵੇਖਦੇ ਨੇ ਤੇ ਆਪਣੇ ਹੱਥਾਂ ਨਾਲ ਉਹ ਮੋਹਰ ਹੈ ਜਿਹੜੀ ਉਹ ਰਾਣੀ ਦੇ ਮੱਥੇ ਤੇ ਲਾ ਦਿੰਦੇ, ਮੱਥੇ ਦੇ ਇੱਕ ਪਾਸੇ। ਉਹ ਅੰਗੂਠੀ ਕਹਿ ਦਈਏ, ਛੱਲਾ ਕਹਿ ਦਈਏ, ਮੋਹਰ ਕਹਿ ਦਈਏ, ਸਿੱਕਾ ਕਹਿ ਦਈਏ, ਮਹਾਰਾਜ ਨੇ ਮੱਥੇ ਦੇ ਇੱਕ ਪਾਸੇ ਲਾਇਆ ਤੇ ਆਪਣੇ ਅੰਗੂਠੇ ਦੀ ਦਾਬ ਦੇ ਦਿੱਤੀ, ਅੰਗੂਠੇ ਨਾਲ ਦਬਾ ਦਿੱਤਾ। ਹੁਣ ਰਾਣੀ ਦੇ ਮੱਥੇ ਤੇ ਨਿਸ਼ਾਨੀ ਪੈ ਗਈ। ਗੁਰੂ ਤੇਗ ਬਹਾਦਰ ਮਹਾਰਾਜ ਰਾਜਾ ਰਾਮ ਰਾਏ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਨੇ, ਰਾਜਾ ਰਾਮ ਰਾਏ ਆ ਤੇਰੀ ਰਾਣੀ ਦੇ ਮਸਤਕ ਵੱਲ ਵੇਖ, ਮੱਥੇ ਵੱਲ ਵੇਖ। ਰਾਜਾ ਰਾਮ ਰਾਏ ਨੇ ਵੇਖਿਆ, ਉੱਥੇ ਇੱਕ ਨਿਸ਼ਾਨੀ ਲੱਗੀ ਹੋਈ ਹੈ, ਗੋਲ।